ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਤੇ ਹੱਲਾ ਕੇਂਦਰ ਸਰਕਾਰ ਵੱਲੋਂ ਫਸਲ ਨਾ ਖਰੀਦਣ ਦੀ ਧਮਕੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ। ਚਰਨਜੀਤ ਜੀ, ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਉਹਦਾ ਕਹਿਣਾ ਹੈ ਵੀ ਕਿ ਇਸ ਸੀਜ਼ਨ ਦੀ ਜਿਹੜੀ ਕਣਕ ਦੀ ਫਸਲ ਹੈ ਉਹਦੀ ਅਦਾਇਗੀ ਜਿਹੜੀ ਹੈ ਸਿੱਧੀ ਕੀਤੀ ਜਾਵੇ, ਜਦੋਂ ਕਿਸਾਨੀ ਪਹਿਲਾਂ ਹੀ ਸੰਕਟ ਦੇ ਦੌਰ 'ਚੋਂ ਗੁਜ਼ਰ ਰਹੀ ਹੈ। ਇਸ ਦੌਰਾਨ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਇੱਕ ਹੋਰ ਸੰਕਟ ਦੀ ਤਲਵਾਰ ਜਿਹੜੀ ਹੈ ਕਿਸਾਨਾਂ 'ਤੇ ਲਟਕਾ ਦਿੱਤੀ ਹੈ। ਅਸੀਂ ਜਾਣਨਾ ਚਾਹਾਂਗੇ ਕੇਂਦਰ ਸਰਕਾਰ ਦੇ ਨਵੇਂ ਫਰਮਾਨ 'ਚ ਕੀ ਕੁਝ ਹੈ ਤੇ ਇਹਦਾ ਕਿਸ ਤਰ੍ਹਾਂ ਦੇ ਜਿਹੜੇ ਅਸਰ ਦੇਖਣ ਨੂੰ ਮਿਲਣਗੇ। ਭਾਰਤ ਸਰਕਾਰ ਨੇ ਜਿਹੜੀ ਕੱਲ੍ਹ ਚਿੱਠੀ ਸਾਡੇ ਸਾਹਮਣੇ ਆਈ ਹੈ ਜੀ, ਕੇਂਦਰੀ ਖੁਰਾਕ ਮੰਤਰੀ ਨੇ ਇੱਕ ਚਿੱਠੀ ਲਿਖੀ ਹੈ ਸਾਡੀ ਪੰਜਾਬ ਸਰਕਾਰ ਨੂੰ। ਮੈਂ ਤਾਂ ਕਹਾਂਗਾ ਕਿ ਉਹ ਚਿੱਠੀ ਨਹੀਂ ਬਲਕਿ ਇੱਕ ਇਨਡਾਇਰੈਕਟ ਵੇ ਦੇ ਵਿੱਚ ਜਿਹੜੀ ਰਾਜ ਸਰਕਾਰ ਹੈ ਉਸ ਨੂੰ ਥ੍ਰੈਟ ਕੀਤਾ ਗਿਆ ਹੈ, ਧਮਕੀ ਦਿੱਤੀ ਗਈ ਹੈ ਕਿ ਅਗਰ ਤੁਸੀਂ ਜਿਹੜਾ ਅਗਲਾ ਸੀਜ਼ਨ ਹੈ ਤੁਹਾਡਾ ਕਣਕ ਦਾ ਜਿਹੜਾ 10 ਅਪ੍ਰੈਲ ਤੋਂ ਸ਼ੁਰੂ ਹੋਣਾ ਪੰਜਾਬ ਦੇ ਵਿੱਚ, ਕਿ ਅਗਰ ਤੁਸੀਂ ਕਿਸਾਨਾਂ ਨੂੰ ਜਿਣਸ ਦੀ ਅਦਾਇਗੀ ਉਹਨਾਂ ਦੇ ਖਾਤਿਆਂ 'ਚ ਸਿੱਧੀ ਨਾ ਪਾਈ ਤਾਂ ਜਿਹੜੀ ਭਾਰਤ ਸਰਕਾਰ ਉਹ ਬੇਵੱਸ ਹੋਏਗੀ ਤੁਹਾਡੀ ਅਕਲੀ ਜਿਹੜੀ ਫਸਲ ਹੈ ਉਹ ਚੁੱਕਣ ਤੋਂ। ਤਾਂ ਦੇਖਿਆ ਜਾਵੇ ਤਾਂ ਜਿਹੜਾ ਮੇਨ ਸਵਾਲ ਉੱਠ ਰਹੇ ਨੇ ਜਾਂ ਪੁਆਇੰਟ ਆਊਟ ਹੋ ਰਿਹਾ ਹੈ ਉਹ ਇਹ ਹੋ ਰਿਹਾ ਕਿ ਇਹ ਟਾਈਮਿੰਗ ਗਲਤ ਹੈਗੀ ਹੈ, ਇਹ ਚਿੱਠੀ ਦੀ ਟਾਈਮਿੰਗ ਗਲਤ ਹੈਗੀ ਹੈ। ਜਦੋਂ ਕਿਸਾਨ ਸਾਡੇ ਖਾਸ ਕਰਕੇ ਪੰਜਾਬ ਹਰਿਆਣਾ ਦੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ ਔਰ ਕਰੋਨਾ ਮਹਾਮਾਰੀ ਦਾ ਜਿਹੜਾ ਖੌਫ ਹੈ ਉਹ ਸਾਡੇ ਸਿਰਾਂ 'ਤੇ ਮੰਡਰਾ ਰਿਹਾ ਹੈ, ਔਰ ਜਿਹੜੀ ਕਣਕ ਦੀ ਫਸਲ ਹੈ ਉਹ 10 ਦਿਨਾਂ ਬਾਅਦ ਹੈ ਜਿਹੜੀ ਉਹ ਮੰਡੀਆਂ 'ਚ ਆ ਜਾਣੀਆਂ ਨੇ। ਤਾਂ ਅਜਿਹੇ ਮੌਕੇ 'ਤੇ ਭਾਰਤ ਸਰਕਾਰ ਵੱਲੋਂ ਇੱਕ ਹੱਥਾਂ 'ਤੇ ਸਰੋਂ ਜਮਾਉਣੀ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਡਾਇਰੈਕਟ ਪੇਮੈਂਟ ਵਾਲਾ ਸਿਸਟਮ ਹੈ ਉਸ ਨੂੰ ਰਾਤੋਂ ਰਾਤ ਲਾਗੂ ਕਰੇ, ਇਹ ਪੋਸੀਬਲ ਨਹੀਂ। ਇਹ ਕਈ ਤਰ੍ਹਾਂ ਦੇ ਆਤਿਸ਼ ਇੰਡੀਕੇਟ ਕਰਦੇ ਆ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਅੰਦੋਲਨ ਭਖਿਆ ਹੋਇਆ ਹੈਗਾ, ਇੱਕ ਚਰਮ ਸੀਮਾ 'ਤੇ ਹੈਗਾ, ਤਾਂ ਉਸ ਟਾਈਮ ਇਸ ਤਰ੍ਹਾਂ ਦੇ ਲੈਟਰ ਜਾਰੀ ਕਰਨੇ, ਚੱਲਦੇ ਘੋਲ ਦੇ ਦੌਰਾਨ ਇਸ ਕਿਸਮ ਦਾ ਪੱਤਰ ਆਉਣਾ, ਤਾਂ ਉਹ ਸਮਝ ਪੈਂਦਾ ਹਰ ਬੱਚੇ ਨੂੰ ਕਿ ਇਹ ਸਰਕਾਰ ਦਾ ਇੱਕ ਪੈਂਤੜ ਹੈ ਤਾਂ ਕਿ ਕਿਸਾਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਸਕੇ, ਸਰਕਾਰ ਦੀ ਜਿਹੜੀ ਉਹ ਬਾਂਹ ਹੈ ਉਹ ਮਰੋੜੀ ਜਾ ਸਕੇ। ਤਾਂ ਜਿਹੜੇ ਕੇਂਦਰੀ ਖੁਰਾਕ ਮੰਤਰੀ ਪੀਯੂਸ਼ ਗੋਇਲ ਨੇ ਉਹਨਾਂ ਨੇ ਇੱਕ ਪੱਤਰ ਲਿਖਿਆ ਹੈਗਾ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਤੁਹਾਨੂੰ ਮਈ 2018 ਦੇ ਵਿੱਚ ਕਿਹਾ ਸੀ ਕਿ ਤੁਸੀਂ ਜਿਹੜੀ ਕਿਸਾਨਾਂ ਨੂੰ ਜਿਣਸ ਦੀ ਅਦਾਇਗੀ ਕਰਦੇ ਹੋ ਉਹਦੇ ਵਿੱਚੋਂ ਆੜ੍ਹਤੀਆਂ ਨੂੰ ਆਊਟ ਕਰੋ, ਔਰ ਇਹ ਅਦਾਇਗੀ ਹੈ ਜਿਹੜੀ ਉਹ ਡਾਇਰੈਕਟ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਾਣੀ ਚਾਹੀਦੀ ਹੈ। ਔਰ ਉਹਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਇੰਡੀਆ ਦੀਆਂ 12 ਸਟੇਟਾਂ ਦੇ ਵਿੱਚੋਂ ਅਸੀਂ ਜਿਹੜਾ ਫੂਡ ਗ੍ਰੇਨ ਹੈ ਉਹ ਪ੍ਰੋਕਿਓਰ ਕਰਦੇ ਹਾਂ, ਉਹਦੇ ਵਿੱਚੋਂ ਪੰਜਾਬ ਇੱਕ ਵਾਹਦ ਐਸਾ ਸੂਬਾ ਹੈਗਾ ਜਿਸ ਨੇ ਇਹ ਨਵਾਂ ਪ੍ਰਬੰਧ ਹੈ ਜਿਹੜਾ ਲਾਗੂ ਨਹੀਂ ਕੀਤਾ ਡਾਇਰੈਕਟ ਪੇਮੈਂਟ ਵਾਲਾ, ਉਹਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਹੈਗਾ। ਤਾਂ ਪਹਿਲਾਂ ਤਾਂ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਸਾਡੇ ਜਿਹੜੇ ਸਟੇਟ ਦੇ ਚੀਫ ਮਿਨਿਸਟਰ ਹੈ ਉਹ 22 ਫਰਵਰੀ ਨੂੰ ਸੈਂਟਰ ਗਵਰਨਮੈਂਟ ਨੂੰ ਪੱਤਰ ਲਿਖਦੇ ਨੇ ਕਿ ਅਸੀਂ ਤੁਹਾਡਾ ਜਿਹੜਾ ਨਵਾਂ ਪ੍ਰਬੰਧ ਹੈ ਡਾਇਰੈਕਟ ਪੇਮੈਂਟ ਵਾਲਾ ਇਸ ਸੀਜ਼ਨ ਦੇ ਵਿੱਚ ਲਾਗੂ ਨਹੀਂ ਕਰ ਪਾਵਾਂਗੇ, ਕਿਉਂਕਿ ਇਹ ਇੱਕ ਬਹੁਤ ਵੱਡੀ ਐਕਸਰਸਾਈਜ਼ ਹੈ। ਪੰਜਾਬ ਦੇ 10.5 ਲੱਖ ਕਿਸਾਨਾਂ ਦਾ ਜਿਹੜਾ ਮਾਲ ਰਿਕਾਰਡ ਹੈ ਉਸ ਨੂੰ ਅਪਲੋਡ ਕਰਨਾ ਇਹ ਕੋਈ ਰਾਤੋਂ ਰਾਤ ਹੋਣ ਵਾਲਾ ਕੰਮ ਨਹੀਂ, ਇਹਦੇ ਲਈ ਇੱਕ ਲੰਮਾ ਟਾਈਮ ਚਾਹੀਦਾ ਸਾਨੂੰ। ਪੰਜਾਬ ਸਰਕਾਰ ਨੇ ਇਹਦੇ ਲਈ ਸਮਾਂ ਮੰਗਿਆ ਸੀ ਸੈਂਟਰ ਗਵਰਨਮੈਂਟ ਤੋਂ ਕਿ ਸਾਨੂੰ ਇਤਕੀ ਬੀਟ ਦੀ ਪ੍ਰੋਕਿਓਰਮੈਂਟ ਹੈ ਜਿਹੜੀ ਉਹ ਜਿਹੜਾ ਪੁਰਾਣਾ ਸਾਡਾ ਸਿਸਟਮ ਹੈਗਾ ਆੜ੍ਹਤੀਆਂ ਵਾਲਾ ਉਹਨਾਂ ਦੇ ਥਰੂ ਕਰਨ ਦਿੱਤਾ ਜਾਵੇ। ਪਰ ਸੈਂਟਰ ਗਵਰਨਮੈਂਟ ਨੇ ਪਹਿਲੀ ਗੱਲ ਤਾਂ ਉਸ ਚਿੱਠੀ 'ਤੇ ਗੌਰ ਹੀ ਨਹੀਂ ਕੀਤਾ। ਪੂਰੇ 1 ਮਹੀਨਾ 5 ਦਿਨਾਂ ਬਾਅਦ ਉਸ ਚਿੱਠੀ ਦੇ ਉੱਪਰ ਰਿਐਕਸ਼ਨ ਆਉਂਦਾ ਸਾਡੇ ਕੇਂਦਰੀ ਖੁਰਾਕ ਮੰਤਰੀ ਦਾ ਕਿ ਅਸੀਂ ਹੁਣ ਤੁਹਾਨੂੰ ਜਿਹੜੀ ਕਿਸੇ ਵੀ ਕਿਸਮ ਦੀ ਪੰਜਾਬ ਸਰਕਾਰ ਨੂੰ ਮੋਹਲਤ ਨਹੀਂ ਦੇ ਸਕਾਂਗੇ। FCI ਦੇ ਜਿਹੜੇ CMD ਹੈ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਪਹਿਲਾਂ, ਉਸ ਤੋਂ ਪਹਿਲਾਂ ਪੀਯੂਸ਼ ਗੋਇਲ ਨੂੰ, ਉਹਨਾਂ ਨੇ ਪੰਜਾਬ ਨੂੰ ਵੀ ਰਿਵਿਊ ਕੀਤਾ, ਹਰਿਆਣਾ ਨੂੰ ਵੀ ਰਿਵਿਊ ਕੀਤਾ, ਔਰ ਉਹਨਾਂ ਨੇ ਕਿਹਾ ਕਿ ਹਰਿਆਣਾ ਜਿਹੜਾ ਨਵਾਂ ਸਿਸਟਮ ਹੈ ਉਸ ਨੂੰ ਲਾਗੂ ਕਰਨ ਦੇ ਵਿੱਚ ਕਾਮਯਾਬ ਹੋਇਆ। ਉਹਨਾਂ ਨੇ ਪੋਰਟਲ ਆਪਣਾ ਬਣਾ ਦਿੱਤਾ ਹੈਗਾ ਡਾਇਰੈਕਟ ਪੇਮੈਂਟ ਦੇ ਲਈ। ਔਰ ਪੰਜਾਬ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਹੈਗੀ ਹੈ CMD ਨੇ ਕਿ ਪੰਜਾਬ ਇਹ ਨਹੀਂ ਕਿ ਲਾਗੂ ਨਹੀਂ ਕਰ ਸਕਦਾ, ਸਮਰੱਥਾ ਨਹੀਂ ਹੈਗੀ, ਪਰ ਲਾਗੂ ਕਰਨਾ ਨਹੀਂ ਚਾਹੁੰਦਾ। ਉਹਦਾ ਇਸ਼ਾਰਾ ਸੀ ਕਿ ਜਾਣਬੁੱਝ ਕੇ ਪੰਜਾਬ ਹੈ ਇਸ ਨਵੇਂ ਪ੍ਰਬੰਧ ਦੇ ਵਿੱਚ ਅੜਿੱਕਾ ਪਾ ਰਿਹਾ ਹੈ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਹੈਗੀ ਹੈ। ਤਾਂ ਸਾਡੀਆਂ ਜਿਹੜੀਆਂ ਕਿਸਾਨ ਧਿਰਾਂ ਨੇ
ਉਹ ਵੀ ਚਾਹੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜ਼ੀ ਵੀ ਨੇ ਜੀ ਪਿਛਲੇ ਟਾਈਮਾਂ ਦੇ ਵਿੱਚ ਕਿ ਡਾਇਰੈਕਟ ਕਿਸਾਨਾਂ ਦੇ ਵਿੱਚ ਕੋਈ ਇਦਾਂ ਦਾ ਨਹੀਂ ਹੋਣਾ ਚਾਹੀਦਾ, ਡਾਇਰੈਕਟ ਪੇਮੈਂਟ ਹੋਣੀ ਚਾਹੀਦੀ ਹੈ, ਕਿਸੇ ਕਿਸਮ ਦੀ ਕੋਈ ਲੁੱਟ ਖਸੁੱਟ ਨਹੀਂ ਹੋਣੀ ਚਾਹੀਦੀ। ਪਰ ਉਹ ਕਹਿੰਦੇ ਨੇ ਕਿ ਮੌਕਾ ਠੀਕ ਨਹੀਂ ਹੈਗਾ। ਜੀ ਕਿਸਾਨ ਤਾਂ ਪਹਿਲਾਂ ਹੀ ਆਫਤ ਦੇ ਵਿੱਚ ਹੈ, ਕਿਸਾਨ ਤਾਂ ਘਰਾਂ ਤੋਂ ਪਹਿਲਾਂ ਹੀ ਬਾਹਰ ਨਿਕਲੇ ਹੋਏ ਨੇ। ਹੋਰ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ? ਉਹਨਾਂ ਤੇ ਨਵਾਂ ਇੱਕ ਸੰਕਟ ਹੋਰ ਪਾ ਰਹੇ ਹਾਂ। ਉਹਨਾਂ ਨੂੰ ਇੱਕ ਤੌਖਲਾ ਜਿਹੜਾ ਇੱਕ ਫਿਕਰ ਹੋਰ ਖੜਾ ਹੋ ਗਿਆ ਕਿ ਸਾਡੀ ਜਿਹੜੀ ਆਉਣ ਵਾਲੀ ਫਸਲ ਹੈ 10 ਅਪ੍ਰੈਲ ਤੋਂ ਮੰਡੀਆਂ ਦੇ ਵਿੱਚ ਕਿ ਉਹ ਵਿਕੇਗੀ ਜਾਂ ਨਹੀਂ ਵਿਕੇਗੀ। ਜੀ ਇਹ ਵੱਡੀ ਹਰ ਕਿਸਾਨ ਦਾ ਇੱਕ ਤੌਖਲਾ ਬਣਿਆ ਜਦੋਂ ਦਾ ਇਹ ਚਿੱਠੀ ਹੈ ਜਿਹੜੀ ਇਹ ਨਸਰ ਹੋਈ ਹੈ ਪਬਲਿਕਲੀ। ਜੀ ਤਾਂ ਦੇਖਿਆ ਜਾਵੇ ਤਾਂ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਜੰਗ ਵਿੱਢੀ ਹੋਈ ਹੈ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਤਿਸ਼ ਇਹ ਵੀ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਹਕੀਕੀ ਰੂਪ ਦੇਣ ਦਾ ਇਹ ਇੱਕ ਪੈਂਜੜਾ ਵੀ ਹੈ। ਜੀ ਕਿਉਂਕਿ ਜਦੋਂ ਕਿਸਾਨ ਕਹਿੰਦੇ ਨੇ ਕਿ ਜਿਹੜਾ ਤੁਹਾਡੇ ਨਵੇਂ ਖੇਤੀ ਕਾਨੂੰਨ ਹੈ ਇਹਦੇ ਨਾਲ ਜਿਹੜਾ ਮੰਡੀ ਸਿਸਟਮ, ਸਰਕਾਰੀ ਮੰਡੀ ਸਿਸਟਮ ਹੈ ਉਹ ਖਤਮ ਹੋ ਜਾਏਗਾ ਤੇ ਸਿਰਫ ਪ੍ਰਾਈਵੇਟ ਮੰਡੀਆਂ ਦਾ ਬੋਲਬਾਲਾ ਰਹਿ ਜਾਏਗਾ। ਤਾਂ ਸੈਂਟਰ ਦੀ ਇਹ ਦਲੀਲ ਰਹੀ ਹੈ ਹਮੇਸ਼ਾ ਖੇਤੀ ਕਾਨੂੰਨ ਬਣਾਉਣ ਤੋਂ ਬਾਅਦ ਕਿ ਤੁਹਾਡਾ ਜਿਹੜਾ ਸਰਕਾਰੀ ਪ੍ਰਬੰਧ ਹੈ ਆਲਰੇਡੀ ਐਗਜ਼ਿਸਟ ਕਰਦਾ ਹੈਗਾ, ਉਹ ਵੀ ਤੁਹਾਡੀਆਂ ਮੰਡੀਆਂ ਰਹਿਣਗੀਆਂ ਔਰ ਪ੍ਰਾਈਵੇਟ ਮੰਡੀਆਂ ਵੀ ਹੋਣਗੇ, ਤੁਹਾਨੂੰ ਓਪਰਚੁਨਿਟੀਆਂ ਜਿਹੜੀ ਜ਼ਿਆਦਾ ਮਿਲੇਗੀ। ਪਰ ਜੇ ਹੁਣ ਆਪਾਂ ਇਹ ਲੈਟਰ ਦੀ ਗੱਲ ਕਰੀਏ ਡਾਇਰੈਕਟ ਪੇਮੈਂਟ ਵਾਲੀ, ਇਹ ਸਿੱਧੀ ਉਸ ਨੂੰ ਹਕੀਕਤ ਦਿੰਦੀ ਹੈ ਉਹਨਾਂ ਕਾਨੂੰਨਾਂ ਨੂੰ। ਕਿਉਂਕਿ ਸਾਡਾ ਜਿਹੜਾ APMC ਐਕਟ ਹੈਗਾ ਪੰਜਾਬ ਦਾ, ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਜਿਹੜੀ ਪੇਮੈਂਟ ਹੈ ਉਹ ਆੜਤੀਆਂ ਦੇ ਥਰੂ ਹੋਏਗੀ ਜਾਂ ਆਪਸ਼ਨ ਹੈ ਕਿਸਾਨਾਂ ਨੂੰ ਦਿੱਤੀ ਗਈ। ਜੇ ਚਾਹਣ ਡਾਇਰੈਕਟ ਲੈ ਸਕਦੇ ਨੇ, ਜੇ ਚਾਹਣ ਤਾਂ ਆੜਤੀਆਂ ਦੇ ਥਰੂ ਲੈ ਸਕਦੇ ਨੇ। ਅਗਰ ਡਾਇਰੈਕਟ ਪੇਮੈਂਟ ਦਾ ਫੰਡਾ ਗਵਰਨਮੈਂਟ ਲੈ ਕੇ ਆਉਂਦੀ ਹੈ, ਸੈਂਟਰ ਗਵਰਨਮੈਂਟ, ਤਾਂ ਉਹਦਾ ਮਤਲਬ ਸਿੱਧਾ ਇਹ ਹੈ ਕਿ ਉਹ ਜਿਹੜਾ ਸਰਕਾਰੀ ਮੰਡੀ ਤੰਤਰ ਹੈ ਉਸ ਨੂੰ ਤੋੜਨ ਦਾ ਇੱਕ ਯਤਨ ਹੈਗਾ। ਜਿਹੜਾ APMC ਐਕਟ ਹੈ ਉਸ ਨੂੰ ਨਾ ਮੰਨਣ ਦਾ ਇੱਕ ਯਤਨ ਹੈਗਾ। ਤਾਂ ਸਿੱਧੇ ਤੌਰ 'ਤੇ ਜਿਹੜਾ ਸੈਂਟਰ ਸਰਕਾਰ ਨੇ ਸ਼ੁਰੂ ਤੋਂ ਇੱਕ ਰਾਗ ਅਲਾਪਿਆ ਹੈ ਕਿ ਵਨ ਮਾਰਕੀਟ ਵਨ ਨੇਸ਼ਨ, ਇਹ ਉਹਦੇ ਵੱਲ ਹੀ ਇਸ਼ਾਰਾ ਕਰਦਾ ਹੈ। ਗੱਲ ਮਤਲਬ ਇਹ ਹੈਗੀ ਹੈ ਕਿ ਗੱਲ ਡਾਇਰੈਕਟ ਪੇਮੈਂਟ ਦੀ ਨਹੀਂ। ਅੱਜ ਡਾਇਰੈਕਟ ਪੇਮੈਂਟ ਦੀ ਗੱਲ ਹੋਈ ਹੈ, ਉਦੋਂ ਪਹਿਲਾਂ ਅਸੀਂ ਦੇਖਿਆ ਕਿ ਸਾਡੀ ਪੰਜਾਬ ਸਰਕਾਰ ਨੂੰ ਪਹਿਲਾਂ RDF ਤੇ ਘੇਰ ਲਿਆ। ਜੀ ਬਿਲਕੁਲ। ਉਦੋਂ ਪਹਿਲਾਂ ਕਿਸਾਨੀ ਘੋਲ ਨੂੰ ਦਬਾਉਣ ਲਈ ਕੀ ਨਹੀਂ ਪੈਂਤੜੇ ਲਏ। ਆਪਾਂ ਬਹੁਤ ਵਾਰੀ ਇਹ ਗੱਲਾਂ ਡਿਸਕਸ ਕਰ ਚੁੱਕੇ ਹਾਂ, ਰਿਪੀਟ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਹੈ। ਤੇ ਹੁਣ ਇਹ ਵੀ ਇੱਕ ਪੈਂਤੜਾ ਹੈਗਾ ਕਿ ਪਹਿਲਾਂ ਤੁਸੀਂ ਡਾਇਰੈਕਟ ਪੇਮੈਂਟ ਕਰ ਦਿਓ, ਇਹਨੂੰ ਪਿੱਛਾਂ ਖਿੱਚ ਲਓ ਹੱਥ ਤੋਂ ਇਸ ਤੋਂ, ਤੇ ਦੂਸਰਾ ਲਾਗੂ ਕਰ ਦਿਓ ਕਿ MSP ਤੋਂ ਦੇਰ ਸਵੇਰ। ਤਾਂ ਕੜੀ ਦੇ ਵਿੱਚ ਸੈਂਟਰ ਸਰਕਾਰ ਹੀ ਕਰ ਰਹੀ ਹੈਗੀ ਹੈ। ਤਾਂ ਅਸੀਂ ਮੋਟੇ ਤੌਰ 'ਤੇ ਕਹਿਣਾ ਚਾਹਾਂਗੇ ਕਿ ਇਹ ਸਮਾਂ ਢੁਕਵਾਂ ਨੇ। ਜਦੋਂ ਸਾਨੂੰ ਲੱਗਦਾ ਕਿ ਬਹੁਤ ਵੱਡੀ ਆਫਤ ਦੇ ਵਿੱਚ ਪਹਿਲਾਂ ਹੀ ਕਿਸਾਨ ਫਸੇ ਹੋਏ ਨੇ, ਤਾਂ ਸਾਨੂੰ, ਕਿਉਂਕਿ ਮੋਦੀ ਸਰਕਾਰ ਬਣੇ ਨੂੰ 2014 ਤੋਂ ਹੁਣ ਦੇ ਵਿੱਚ ਹੈਗੀ ਹੈ, ਤਾਂ 7 ਸਾਲ ਕਿਉਂ ਨਹੀਂ ਕੀਤਾ, ਹੁਣੇ ਕਿਉਂ ਕੀਤਾ? ਬਿਲਕੁਲ। ਤਾਂ ਇਸ ਤਰ੍ਹਾਂ ਦੇ ਸਵਾਲ ਹੈ ਜਿਹੜੇ ਉਹ ਕਿਸਾਨ ਵੀ ਉਠਾ ਰਹੇ ਨੇ ਤੇ ਆੜਤੀ ਵੀ ਉਠਾ ਰਹੇ ਨੇ। ਜੀ ਚਰਨਜੀਤ ਜੀ, ਭਾਰਤ ਸਰਕਾਰ ਨੇ ਜਿਹੜਾ ਹੈਗਾ ਖਰੀਦ ਪ੍ਰਬੰਧਾਂ ਦੇ ਵਿੱਚੋਂ ਆੜਤੀਆਂ ਨੂੰ ਆਊਟ ਕਰਨ ਦੀ ਜਿਹੜੀ ਹੈ ਤਿਆਰੀ ਪੂਰੀ ਕਰ ਲਈ ਹੈ। ਇਸ ਕੇਂਦਰ ਸਰਕਾਰ ਦੇ ਇਸ ਰਵੱਈਏ ਤੇ ਜਿਹੜਾ ਹੈਗਾ ਆੜਤੀਆਂ ਦਾ ਕਿਸ ਤਰ੍ਹਾਂ ਦਾ ਰੁਖ ਜਿਹੜਾ ਦੇਖਣ ਨੂੰ ਮਿਲ ਰਿਹਾ? ਦੇਖੋ ਆਤਿਸ਼, ਇਹ ਹੈਗਾ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਕਿਸਾਨਾਂ ਦੀ ਜ਼ਮੀਨ ਦੀ ਲੜਾਈ ਹੈਗੀ ਹੈ, ਉਸ ਤਰ੍ਹਾਂ ਜੇ ਕਿਸਾਨਾਂ ਤੋਂ ਜ਼ਮੀਨ ਖੁੱਸ ਜਾਏਗੀ ਤਾਂ ਪਿੱਛੇ ਕੁਝ ਨਹੀਂ ਬਚਦਾ। ਇਵੇਂ ਜਿਵੇਂ ਆੜਤੀ ਇਹ ਆਪਣੀ ਦਲੀਲ ਦਿੰਦੇ ਨੇ ਕਿ ਜੇ ਸਾਡੇ ਕੋਲ ਸਾਡਾ ਕਾਰੋਬਾਰ ਹੀ ਖੋਹ ਲਿਆ ਜਾਏਗਾ, ਇਹ ਸਾਡੀ ਰੋਜੀ ਰੋਟੀ ਹੈ। ਇਹ ਵੀ ਉਨਾ ਹੀ ਖਤਰਨਾਕ ਕੰਮ ਹੈਗਾ। ਪਰ ਸੈਂਟਰ ਸਰਕਾਰ ਨੇ ਪਿਛਲੇ ਦਿਨਾਂ 'ਚ ਇਹ ਰਾਗ ਬੜੀ ਵੱਡੀ ਪੱਧਰ 'ਤੇ ਅਲਾਪਿਆ ਵੀ ਹੈਗਾ ਕਿ ਅਸੀਂ ਵਿਚੋਲੀਏ ਜਿਹੜੇ ਹੈਗੇ ਖਤਮ ਕਰ ਦੇਣੇ ਨੇ। ਪਰ ਮੈਨੂੰ ਤਾਂ ਇਹ ਲੱਗਦਾ ਕਿ ਇਹ ਵਿਚੋਲੀਏ ਨਹੀਂ। ਪਹਿਲੀ ਗੱਲ ਤਾਂ ਜਿਹੜੇ ਆੜਤੀਏ ਵਿਚੋਲੀਏ ਨਹੀਂ ਹੈਗੇ ਨੇ, ਇਹ ਸਰਵਿਸ ਪ੍ਰੋਵਾਈਡਰ ਕਹਿ ਲਈਏ, ਸਾਨੂੰ ਸਰਵਿਸ ਦਿੰਦੇ ਨੇ, ਕਿਸਾਨਾਂ ਦੀ ਮਦਦ ਕਰਦੇ ਨੇ, ਪਰਚੇਜ ਏਜੰਸੀਆਂ ਦੀ ਮਦਦ ਕਰਦੇ ਨੇ। ਇੱਕ ਕੜੀ ਨੇ, ਇੱਕ ਪੁਲ ਨੇ ਉਹਨਾਂ ਦੇ ਵਿਚਾਲੇ। ਇਹ ਜਿਹੜੇ ਨਵੇਂ ਵਿਚੋਲੇ ਆਉਣਗੇ, ਇਹ ਤਾਂ ਸਾਡਾ ਇੱਕ ਰਿਸ਼ਤਾ ਹੈ ਕਿਸਾਨਾਂ ਨਾਲ, ਉਹਨਾਂ ਦਾ ਇੱਕ ਨਾਤਾ ਹੈ ਬੜਾ ਪੁਰਾਣਾ, ਸਦੀਆਂ ਪੁਰਾਣਾ ਜੁੜਿਆ ਹੋਇਆ। ਜਿਹੜੇ ਨਵੇਂ ਵਿਚੋਲੇ ਹੋਣਗੇ ਤਾਂ ਬਿਲਕੁਲ ਇਮੋਸ਼ਨਲੈਸ ਹੋਣਗੇ। ਜਿਹੜੇ ਸਪਲਾਇਰ ਹੋਣਗੇ, ਪ੍ਰੋਸੈਸਰ ਹੋਣਗੇ, ਐਕਸਪੋਰਟਰ ਹੋਣਗੇ, ਵਿਚੋਲੀਏ ਖਤਮ ਨਹੀਂ ਹੋਣਗੇ। ਵਿਚੋਲੀਏ ਇੱਕ ਨਵੇਂ ਰੂਪ ਦੇ ਵਿੱਚ, ਇੱਕ ਨਵੇਂ ਕੱਪੜਿਆਂ ਦੇ ਵਿੱਚ, ਇੱਕ ਨਵੀਂ ਯੂਨੀਫਾਰਮ ਦੇ ਵਿੱਚ ਆਉਣਗੇ, ਜੋ ਹੋਰ ਵੀ ਖਤਰਨਾਕ ਹੋਣਗੇ। ਕਿਉਂਕਿ ਇਹਨਾਂ ਦਾ ਤਾਂ ਫਿਰ ਵੀ ਕਿਤੇ ਨਾ ਕਿਤੇ ਸਾਡਾ ਤਿਉ ਹੋਏਗਾ ਕਿ ਆੜਤੀਆ ਸਿਸਟਮ ਖਾਸ ਕਰਕੇ ਨਾਰਥ ਇੰਡੀਆ ਦੇ ਵਿੱਚ ਪ੍ਰਵੇਲ ਕਰਦਾ ਹੈਗਾ। ਆੜਤੀਆ ਸਿਸਟਮ ਕੋਈ ਅੱਜ ਦਾ ਨਹੀਂ ਹੈਗਾ, ਇਹ ਦਹਾਕਿਆਂ ਪੁਰਾਣਾ ਹੈਗਾ। ਦੱਸਦੇ ਨੇ ਕਿ ਮੁਗਲ ਰਾਜ ਵੇਲੇ ਤੋਂ ਐਗਜ਼ਿਸਟ ਕਰਦਾ ਹੈਗਾ। ਉਸ ਟਾਈਮ ਵੀ ਜਿਹੜੀ ਲਾਹੌਰ ਤੋਂ ਲੈ ਕੇ ਕੈਲਕੱਟਾ ਤੱਕ ਇਹ ਇੱਕ ਮੰਡੀਆਂ ਦਾ ਨੈਟਵਰਕ ਬਣਿਆ ਹੋਇਆ ਸੀਗਾ। ਉਸ ਤੋਂ ਬਾਅਦ ਜਦੋਂ ਸਾਡੇ ਅੰਗਰੇਜ਼ ਆਉਂਦੇ ਨੇ, ਅੰਗਰੇਜ਼ਾਂ ਨੇ 1918 ਦੇ ਵਿੱਚ ਸਾਡੇ ਮੰਡੀ ਸਿਸਟਮ ਹੋਰ ਸਟਰੋਂਗ ਕੀਤਾ ਹੈਗਾ। ਜਿਵੇਂ ਆਪਾਂ ਸੁਣਦੇ ਹਾਂ ਕਿ ਨਾ, ਉਦੋਂ ਕਹਿੰਦੇ ਨੇ ਕਿ 74 ਜਿਹੜੀਆਂ ਮੰਡੀਆਂ ਸਟੈਬਲਿਸ਼ ਕੀਤੀਆਂ ਸੀਗੀਆਂ, ਉਹਨਾਂ ਨੂੰ ਰਾਜ ਮੰਡੀਆਂ ਦਾ ਨਾਮ ਦਿੱਤਾ ਸੀ। ਉਹਨਾਂ ਦੇ ਵਿੱਚ ਹੀ ਇਹਨਾਂ ਸ਼ਾਹੂਕਾਰਾਂ ਨੂੰ, ਇਹਨਾਂ ਆੜਤੀਆਂ ਨੂੰ ਪਲਾਟ ਕੱਟ ਕੇ ਦਿੱਤੇ ਸੀ, ਸ਼ਾਪਸ ਦਿੱਤੀਆਂ ਸੀਗੀਆਂ। ਅੱਜ ਆਪਾਂ ਸੁਣਦੇ ਹਾਂ ਕਿ ਭੁੱਚੋ ਮੰਡੀ, ਤਪਾ ਮੰਡੀ, ਬਰੇਟਾ ਮੰਡੀ, ਬੁਲਾਡਾ ਮੰਡੀ,
ਗੋਬਿੰਦਗੜ੍ਹ ਮੰਡੀ, ਰਾਜਪੁਰਾ ਮੰਡੀ, ਸਮਾਣਾ ਮੰਡੀ, ਕਿੰਨੀਆਂ ਮੰਡੀਆਂ ਜਿਹੜੀਆਂ ਪੁਰਾਣੀਆਂ ਹੈਗੀਆਂ ਨੇ। ਤਾਂ ਇਹ ਉਹ ਅੰਗਰੇਜ਼ਾਂ ਦੀ ਇੱਕ ਤਰ੍ਹਾਂ ਦੀ ਦੇਣ ਹੈਗੀ, ਪੁਰਾਣੇ ਸਿਸਟਮ ਉਹ ਤੋਂ ਚੱਲਿਆ ਆ ਰਿਹਾ ਹੈ। ਉਸ ਤੋਂ ਬਾਅਦ ਸਾਡਾ ਜਦੋਂ ਆਜ਼ਾਦ ਭਾਰਤ ਹੁੰਦਾ ਹੈ, ਸਾਨੂੰ ਆਜ਼ਾਦੀ ਮਿਲਦੀ ਹੈ, ਉਸ ਤੋਂ ਬਾਅਦ ਸਾਡਾ ਪੰਜਾਬ ਐਗਰੀਕਲਚਰ ਮਾਰਕੀਟ ਐਕਟ ਹੈ ਜਿਹੜਾ 1961 ਦਾ, ਉਦੋਂ ਬਣਦਾ ਹੈ। ਉਦੋਂ ਇਹ ਸਾਰੀਆਂ ਮੰਡੀਆਂ ਰੈਗੂਲੇਟ ਹੁੰਦੀਆਂ ਨੇ। ਉਹ ਸਿਸਟਮ 1961 ਤੋਂ ਲੈ ਕੇ ਅੱਜ ਤੱਕ ਤੁਰਿਆ ਆਉਂਦਾ ਹੈਗਾ। ਪੁਰਾਣੇ ਸਮੇਂ ਦੇ ਵਿੱਚ ਜਿਵੇਂ ਪਿੰਡਾਂ ਦੇ ਵਿੱਚ ਛੋਟੇ ਦੁਕਾਨਦਾਰ ਹੁੰਦੇ ਸੀਗੇ, ਤਾਂ ਦੁਕਾਨਦਾਰੀ ਜਿਹੜੇ ਜਿੰਸ ਲੈ ਲੈਂਦੇ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹੀ ਅੱਗੇ ਗਾਹਾਂ ਸੇਲ ਕਰ ਦਿੰਦੇ ਸੀਗੇ। ਹੁਣ ਜਿਹੜੇ ਅੱਜ ਦੇ ਅਸੀਂ ਆੜ੍ਹਤੀਏ ਦੇਖਦੇ ਹਾਂ ਜਾਂ ਸ਼ਾਹੂਕਾਰ ਦੇਖਦੇ ਹਾਂ, ਇਹ ਪਿੰਡਾਂ 'ਚੋਂ ਆ ਕੇ ਸ਼ਹਿਰਾਂ 'ਚ ਵਸੇ ਹੋਏ ਨੇ। ਅੱਜ ਤੁਸੀਂ ਵੀ ਨਿਗਾਹ ਮਾਰਦੇ ਹੋਗੇ ਤੁਹਾਡੇ ਪਟਿਆਲੇ ਸ਼ਹਿਰ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਕਿ ਕਿੰਨੇ ਸ਼ਾਹੂਕਾਰ ਹੈ, ਆੜ੍ਹਤੀ ਹੈ, ਜਿਨ੍ਹਾਂ ਦੀ ਦੁਕਾਨਾਂ ਦੇ ਮੂਹਰੇ ਉਹਨਾਂ ਦੇ ਨਾਂ ਤੋਂ ਇਲਾਵਾ ਉਹਨਾਂ ਦੇ ਪਿੰਡ ਦਾ ਨਾਮ ਲੱਗਿਆ ਹੁੰਦਾ ਹੈ। ਉਸ ਸਾਰਿਆਂ ਦੀ ਬੈਕਗਰਾਊਂਡ ਹੈ ਜਿਹੜੀ ਉਹ ਤਕਰੀਬਨ ਪਿੰਡਾਂ ਵਾਲੀ ਹੈਗੀ ਹੈ। ਤਾਂ ਉਹ ਇੱਕ ਸਾਂਝ ਵੀ ਹੈਗੀ ਹੈ। ਜਿਵੇਂ ਕਿਸਾਨ ਧਿਰਾਂ ਕਹਿੰਦੀਆਂ ਨੇ ਕਿ ਜੇ ਤੁਸੀਂ ਆੜ੍ਹਤੀਆ ਖਤਮ ਕਰੋਗੇ ਤਾਂ ਇੱਕ ਤਰ੍ਹਾਂ ਦਾ ਜਿਹੜੀ ਉਹ ਕਹਿੰਦੇ ਨੇ ਕਿ ਇਸ ਮੌਕੇ 'ਤੇ ਇਹ ਲੈਟਰ ਹੈ ਜਿਹੜਾ ਕਿਸਾਨਾਂ ਔਰ ਆੜ੍ਹਤੀਆਂ ਦੀ ਜਿਹੜੀ ਇੱਕ ਸਾਂਝ ਬਣੀ ਹੋਈ ਹੈ ਉਹਨੂੰ ਤੋੜਨ ਦਾ ਵੀ ਯਤਨ ਹੈਗਾ। ਤਾਂ ਚਾਹੀਦਾ ਤਾਂ ਇਹ ਸੀ ਕਿ ਜਿੰਨਾ ਚਿਰ ਅਸੀਂ ਕੋਈ ਹੋਰ ਆਪਦਾ ਬਦਲਵਾਂ ਪ੍ਰਬੰਧ ਨਾ ਕਰ ਲੈਂਦੇ, ਉਹਨਾਂ ਟਾਈਮ ਜਿਹੜਾ ਮੌਜੂਦਾ ਸਿਸਟਮ ਹੈ ਉਹ ਚੱਲਣਾ ਜਾਰੀ ਰਹਿਣਾ ਚਾਹੀਦਾ ਸੀਗਾ। ਸਾਨੂੰ ਚਾਹੀਦਾ ਸੀਗਾ ਕਿ ਇਹਦਾ ਕੋਈ ਅਲਟਰਨੇਟਿਵ ਦਿੱਤਾ ਜਾਂਦਾ ਕਿ ਜਿਵੇਂ ਕਿਉਂਕਿ ਕਿਸਾਨ ਹੈ ਜਿਹੜਾ ਨਿੱਤ ਦਾ ਉਹ ਆੜ੍ਹਤੀਏ ਨਾਲ ਜੁੜਿਆ ਹੋਇਆ, ਛੋਟੀ ਛੋਟੀ ਚੀਜ਼ ਹੈ, ਕੋਈ ਖੁਸ਼ੀ ਦੀ ਹੈ, ਗਮੀ ਦੀ ਹੈ, ਜਦੋਂ ਵੀ ਉਹਨੂੰ ਪੈਸਿਆਂ ਦੀ ਲੋੜ ਹੈ ਉਹ ਆੜ੍ਹਤੀਏ ਕੋਲ ਆਪਣੇ ਸ਼ਾਹੂਕਾਰ ਕੋਲ ਜਾਂਦਾ, ਉੱਥੋਂ ਉਧਾਰ ਪੈਸਾ ਲੈਂਦਾ ਹੈ ਰੋਜ਼। ਸਰਕਾਰ ਨੂੰ ਚਾਹੀਦਾ ਕੋਈ ਮਾਈਕਰੋ ਫਾਈਨਾਂਸ ਦਾ, ਕੋਈ ਮਾਈਕਰੋ ਲੈਂਡਿੰਗ ਦਾ ਕੋਈ ਇੱਦਾਂ ਦਾ ਪ੍ਰਬੰਧ ਕਰਦੀ ਕਿ ਇਹਦਾ ਕੋਈ ਅਲਟਰਨੇਟਿਵ ਬਣ ਸਕਦਾ। ਤੇ ਸੈਂਟਰ ਸਰਕਾਰ ਨੇ ਤਾਂ ਜਿਹੜਾ ਕੀਤਾ ਹੀ ਹੈ, ਨਾਲ ਪੰਜਾਬ ਸਰਕਾਰ ਵੀ ਇਹਦੇ ਲਈ ਜ਼ਿੰਮੇਵਾਰ ਹੈ। ਚਰਨਜੀਤ ਜੀ, ਇਸ ਸਮੇਂ ਇੱਕ ਵੱਡਾ ਸਵਾਲ ਜਿਹੜਾ ਹੈ ਇਹ ਵੀ ਖੜਾ ਹੁੰਦਾ ਹੈ ਵੀ ਕਿ ਕੇਂਦਰ ਸਰਕਾਰ ਦੀ ਚਿੱਠੀ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਰਵੱਈਆ ਕਿਸ ਤਰ੍ਹਾਂ ਦੇਖਣ ਨੂੰ ਰਹਿ ਰਿਹਾ, ਉਹ ਕੀ ਕਦਮ ਚੁੱਕ ਰਹੇ? ਦੇਖੋ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈਗਾ ਕਿ ਵੀ ਜੇ ਸੈਂਟਰ ਗਵਰਨਮੈਂਟ ਇਸ ਲਈ ਜ਼ਿੰਮੇਵਾਰ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਅਸੀਂ ਬਰੀ ਨਹੀਂ ਕਰ ਸਕਦੇ। ਪੰਜਾਬ ਸਰਕਾਰ ਤਾਂ ਬਲਕਿ ਬੜੀ ਕਸੂਤੀ ਫਸ ਗਈ ਹੈ ਇਸ ਵੇਲੇ, ਕਿਉਂਕਿ 10 ਦਿਨਾਂ ਬਾਅਦ ਮੰਡੀਆਂ 'ਚ ਜਿਹੜੀ ਫਸਲ ਆ ਜਾਣੀ ਹੈ ਕਣਕ ਦੀ, ਉੱਪਰੋਂ ਕੇਂਦਰ ਸਰਕਾਰ ਨੇ ਕਹਿ ਦਿੱਤਾ ਕਿ ਤੁਸੀਂ ਨਵਾਂ ਪ੍ਰਬੰਧ ਲਾਗੂ ਕਰੋ, ਅਦਰਵਾਈਜ਼ ਅਸੀਂ ਤੁਹਾਡੀ ਫਸਲ ਹੈ ਜਿਹੜੀ ਇਨਡਾਇਰੈਕਟ ਤਰੀਕੇ ਨਾਲ ਕਿਹਾ ਕਿ ਖਰੀਦਾਂਗੇ ਨਹੀਂ ਤੁਹਾਡੀ ਫਸਲ। ਤੇ ਉੱਪਰੋਂ ਸਾਡਾ ਇਹ ਚੋਣਾਂ ਵਾਲਾ ਨੇੜੇ ਆ ਰਹੀਆਂ ਨੇ, ਸਾਡੀਆਂ ਅਗਲੀਆਂ ਅਸੈਂਬਲੀ ਦੀਆਂ ਚੋਣਾਂ ਜਿਹੜੀਆਂ ਉਹ ਵੀ ਸਿਰ 'ਤੇ ਆ ਗਈਆਂ ਨੇ, ਤੇ ਵਾਅਦੇ ਪੰਜਾਬ ਗੌਰਮੈਂਟ ਨੇ ਕੀਤੇ ਨੇ ਕਿ ਅਸੀਂ ਤੁਹਾਡਾ ਦਾਣਾ ਦਾਣਾ ਚੱਕਾਂਗੇ। ਤਾਂ ਬੜੀ ਕਸੂਤੀ ਸਥਿਤੀ ਬਣੀ ਹੋਈ ਹੈ। ਪੰਜਾਬ ਸਰਕਾਰ ਜ਼ਿੰਮੇਵਾਰ ਇਸ ਕਰਕੇ ਹੈਗਾ। ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈਗੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੁਦ ਇਹ ਗੱਲ ਕਹੀ ਕਿ ਅਸੀਂ ਸੈਂਟਰ ਸਰਕਾਰ ਤੋਂ ਜਿਹੜਾ ਡਾਇਰੈਕਟ ਪੇਮੈਂਟ ਵਾਲਾ ਇਸ਼ੂ ਹੈ ਉਸ ਦੇ ਉੱਪਰ ਇੱਕ ਸੀਜ਼ਨ ਦੀ ਮੋਹਲਤ ਮੰਗਦੇ ਹਾਂ। ਉਸ ਦਾ ਮਤਲਬ ਕੀ ਬਣਦਾ ਹੈਗਾ? ਇਹਦਾ ਮਤਲਬ ਹੈ ਤੁਸੀਂ ਇਹ ਗੱਲ ਤਾਂ ਰਜ਼ਾਮੰਦ ਹੋ ਗਏ ਹੋ ਕਿ ਜਿਹੜਾ ਨਵਾਂ ਸਿਸਟਮ ਹੈ, ਤੁਹਾਡੀ ਨਵੀਂ ਪਾਲਿਸੀ ਹੈ, ਨਵਾਂ ਪ੍ਰਬੰਧ ਕਰ ਰਹੇ ਹੋ, ਉਹ ਸਾਨੂੰ ਪ੍ਰਵਾਨ ਹੈ। ਇਹ ਉਹ ਪ੍ਰਵਾਨਗੀ ਅਸੀਂ ਦੇ ਰਹੇ ਹਾਂ ਜਿਹੜੀ APMC ਐਕਟ ਦੇ ਵਿੱਚ ਆਲਰੇਡੀ ਮੌਜੂਦ ਹੈਗੀ ਹੈ। ਇਹਦਾ ਮਤਲਬ ਅਸੀਂ ਵੀ ਕਿਸੇ ਨਾ ਕਿਸੇ ਰੂਪ 'ਚ ਉਹ ਤੋਂ ਹੱਥ ਖਿੱਚ ਰਹੇ ਹਾਂ ਪਿੱਛੇ ਨੂੰ। ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਮੰਨਣ ਨੂੰ ਤਿਆਰ ਨਹੀਂ, ਅਸੀਂ ਕਹਿ ਰਹੇ ਹਾਂ ਕਿ ਸਾਨੂੰ ਸਮਾਂ ਹੋਰ ਦੇ ਦਿੱਤਾ ਜਾਵੇ। ਤਾਂ ਪੰਜਾਬ ਸਰਕਾਰ, ਇੱਕ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਤੁਹਾਨੂੰ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਭਾਰਤ ਸਰਕਾਰ ਨੇ ਮਈ 2018 'ਚ ਕਿ ਤੁਸੀਂ ਨਵਾਂ ਆਪਣਾ ਪੋਰਟਲ ਬਣਾਓ, ਉਸ 'ਤੇ ਫਰਦਾਂ ਅਪਲੋਡ ਕਰੋ ਤਾਂ ਕਿ ਡਾਇਰੈਕਟ ਪੇਮੈਂਟ ਵਾਲਾ ਸਿਸਟਮ ਹੈ ਉਸ ਨੂੰ ਲਾਗੂ ਕੀਤਾ ਜਾ ਸਕੇ। ਹੋਰ ਸਟੇਟਾਂ ਨੇ ਸਾਰੀਆਂ ਨੇ ਕਰ ਲਿਆ। ਪੰਜਾਬ ਸਰਕਾਰ ਨੇ ਇਹਨਾਂ 3 ਵਰ੍ਹਿਆਂ ਦੇ ਵਿੱਚ ਕੀ ਕਦਮ ਉਠਾਏ, ਇਹ ਵੀ ਸਟੇਟ ਦੇ ਜਿਹੜੇ ਸਾਡੇ ਕਿਸਾਨ ਹੈ, ਭਾਈਚਾਰਾ ਹੈ ਜਾਂ ਆੜ੍ਹਤੀ ਹੈ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੇ ਕੀ ਕਦਮ ਉਠਾਏ ਨੇ। ਇਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਸੈਂਟਰ ਨੇ ਇਹ ਕਰ ਦਿੱਤਾ ਤੇ ਅਸੀਂ ਮਤਲਬ ਬਰੀ ਹੋ ਜਾਾਂਗੇ ਉਸ ਗੱਲ ਤੋਂ। ਸਾਨੂੰ ਵੀ ਦੱਸਣਾ ਪਏਗਾ ਕਿ ਅਸੀਂ 3 ਸਾਲ 'ਚ ਕੀ ਕੀਤਾ। ਸਾਡੇ ਕੋਲ ਬਹੁਤ ਕੁਛ ਸੀਗਾ, ਅਸੀਂ ਕੋਈ ਅਲਟਰਨੇਟਿਵ ਦੇ ਸਕਦੇ ਸੀਗੇ। ਪਹਿਲੀ ਗੱਲ ਤਾਂ ਅਸੀਂ ਇਸ ਗੱਲ ਨੂੰ ਮੰਨੀ ਕਿਉਂ ਲੈਣੇ ਛੇਤੀ ਜੇ ਸਾਨੂੰ ਸਾਡੇ ਫੈਡਰਲ ਸਟਰਕਚਰ ਦੀ, ਸਾਨੂੰ ਸਟੇਟਾਂ ਦੀ ਆਟੋਨਮੀ ਦਾ ਇੰਨਾ ਫਿਕਰ ਹੈ ਤਾਂ ਸਾਨੂੰ APMC ਦੀ ਗੱਲ ਕਰਨੀ ਚਾਹੀਦੀ ਸੀ ਕਿ ਸਾਡਾ ਆਪਣਾ ਕਾਨੂੰਨ ਹੈਗਾ, ਅਸੀਂ ਇਹਦੇ ਦਾਇਰੇ ਵਿੱਚ ਰਹਿ ਕੇ ਫੈਸਲੇ ਲੈਣੇ ਨੇ ਸਾਰੇ। ਇੱਕ ਪਾਸੇ ਤਾਂ ਅਸੀਂ ਰੋਜ਼ ਸੰਘੀ ਢਾਂਚੇ ਦੀ ਗੱਲ ਕਰਦੇ ਹੈਗੇ ਹਾਂ, ਦੂਸਰੇ ਪਾਸੇ ਅਸੀਂ ਉਸ ਗੱਲ ਨੂੰ ਐਡਮਿਟ ਕਰ ਰਹੇ ਹੈਗੇ ਹਾਂ। ਚਲੋ ਜੇ ਤੁਸੀਂ ਐਡਮਿਟ ਵੀ ਕਰ ਲਿਆ, ਤੁਸੀਂ ਚਾਹੁੰਦੇ ਹੋ ਤਾਂ ਉਹਦੇ ਕੋਈ ਸਾਨੂੰ ਬਦਲ ਦੇਣੇ ਚਾਹੀਦੇ ਸੀ। 3 ਸਾਲ ਦਾ ਅਰਸਾ ਕਾਫੀ ਹੁੰਦਾ ਹੈ। 3 ਸਾਲਾਂ 'ਚ ਤੁਸੀਂ ਪ੍ਰਬੰਧ ਕਰਦੇ। ਸਾਡੇ ਕੋਲੇ ਕੋਆਪਰੇਟਿਵ ਸੁਸਾਇਟੀਆਂ ਨੇ ਪਿੰਡਾਂ ਦੇ ਵਿੱਚ, ਬਹੁਤ ਸਾਰੀਆਂ ਸੁਸਾਇਟੀਆਂ ਕੋਲੇ ਅੱਜ ਵੀ ਜਿਹੜੇ ਹੈਗੇ ਨੇ ਆੜ੍ਹਤੀਆਂ ਵਾਲੇ ਲਾਇਸੈਂਸ ਹੈਗੇ ਨੇ। ਉਹਨਾਂ ਦਾ ਕੋਈ ਜਿਵੇਂ ਦੂਜੀਆਂ ਸਟੇਟਾਂ, ਤੇਲੰਗਾਨਾ ਦੇ ਵਿੱਚ ਹੈ, ਕਰਨਾਟਕਾ 'ਚ ਹੈ, ਗੁਜਰਾਤ 'ਚ ਹੈ, ਉੱਥੇ ਪਰਚੇਜ਼ ਸੈਂਟਰ ਹੈ। ਪਰਚੇਜ਼ ਜਿਹੜੀਆਂ ਉੱਥੋਂ ਦੀਆਂ ਪ੍ਰੋਡਿਊਸਰ ਫੈਡਰੇਸ਼ਨਸ ਹੈਗੀਆਂ ਨੇ ਉਹ ਪਰਚੇਜ਼ ਕਰਕੇ ਦਿੰਦੀਆਂ ਨੇ ਸਰਕਾਰ ਨੂੰ, ਖਰੀਦ ਏਜੰਸੀਆਂ ਨੂੰ, FCI ਨੂੰ ਦਿੰਦੀਆਂ ਨੇ। ਆਪਣਾ ਜਿਹੜਾ ਰੋਲ ਆੜ੍ਹਤੀਏ ਪਲੇ ਕਰਦੇ ਨੇ ਉਹ ਸਹਿਕਾਰੀ ਸੰਸਥਾਵਾਂ ਪਲੇ ਕਰਦੀਆਂ ਨੇ। ਤਾਂ ਸਾਡੇ ਕੋਲ ਤਾਂ ਐਡਾ ਵੱਡਾ ਨੈਟਵਰਕ ਸੀ, ਅਸੀਂ ਕਿਉਂ ਨਹੀਂ ਕੀਤਾ?
ਇਹ ਵੀ ਸਵਾਲ ਉੱਠ ਰਹੇ ਨੇ। ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜੇ ਤੁਹਾਨੂੰ ਐਤਕੀ ਮੋਹਲਤ ਮਿਲ ਵੀ ਜਾਂਦੀ ਹੈ ਤਾਂ ਅੱਗੇ ਵਾਸਤੇ ਦਾ ਕੋਈ ਪੱਕਾ ਔਰ ਟਿਕਾਊ ਹੱਲ ਹੋਣਾ ਚਾਹੀਦਾ ਹੈ, ਨਹੀਂ ਤਾਂ ਰੋਜ਼ ਹੀ ਇਸ ਤਰ੍ਹਾਂ ਦੇ ਰੱਫੜ ਆ ਜਿਹੜੇ ਪੈਂਦੇ ਰਹਿਣਗੇ। ਜੀ ਚਰਨਜੀਤ ਜੀ, ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜਿਹੜਾ ਹੈਗਾ ਫਸਲਾਂ ਦੇ ਖਰੀਦ ਪ੍ਰਬੰਧਾਂ ਵਿੱਚ ਕਿਸ ਤਰ੍ਹਾਂ ਜਿਹੜੀ ਅੜਚਨਾਂ ਖੜੀਆਂ ਹੋ ਸਕਦੀਆਂ ਨੇ, ਇਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਦੇਖੋ, ਜੇ ਤਾਂ ਕੇਂਦਰ ਸਰਕਾਰ ਦਾ ਅਸੀਂ ਮੌਜੂਦਾ ਰਵੱਈਆ ਦੇਖਣਾ ਹੈਗਾ ਜੀ ਤਾਂ ਸਾਡੇ ਸਾਹਮਣੇ ਬਹੁਤ ਮੁਸ਼ਕਲਾਂ ਦੀ ਇੱਕ ਤਰ੍ਹਾਂ ਦੇ ਢੇਰ ਲੱਗੇ ਹੋਏ ਨੇ, ਕਿਉਂਕਿ ਨਹੀਂ ਤਾਂ ਪ੍ਰੋਕਿਉਰਮੈਂਟ ਹੈ ਜਿਹੜੀ 1 ਅਪ੍ਰੈਲ ਤੋਂ ਸਟਾਰਟ ਹੋ ਜਾਂਦੀ ਹੈ, ਤੇ ਇਸ ਵਾਰ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਅਸੀਂ 10 ਅਪ੍ਰੈਲ ਤੋਂ ਸ਼ੁਰੂ ਕਰਾਂਗੇ ਤੇ ਜਿਹੜੀ ਅੱਗੇ ਜਾ ਕੇ 31 ਮਈ ਤੱਕ ਇਹ ਜਿਹੜੀ ਪ੍ਰੋਕਿਉਰਮੈਂਟ ਹੈ ਕਣਕ ਦੀ ਚੱਲਣੀ ਹੈਗੀ ਹੈ। ਤਾਂ ਕਿਸਾਨ ਪਹਿਲਾਂ ਇਸ ਤੋਂ ਪਹਿਲਾਂ ਬੇਫਿਕਰ ਹੁੰਦੇ ਸੀ ਕਿ ਘੱਟੋ ਘੱਟ ਉਹਨਾਂ ਨੂੰ ਇਹ ਚਿੰਤਾ ਨਹੀਂ ਸੀ ਹੁੰਦੀ ਕਿ ਸਾਡੀ ਫਸਲ ਨਹੀਂ ਚੁੱਕੀ ਜਾਣੀ। ਤਾਂ ਹੁਣ ਜਦੋਂ ਸੈਂਟਰ ਸਰਕਾਰ ਦਾ ਇਹ ਰਿਐਕਸ਼ਨ ਆ ਗਿਆ ਹੈਗਾ ਤਾਂ ਹਰ ਕਿਸਾਨ ਹੈ ਜਿਹੜਾ ਉਹ ਫਿਕਰਮੰਦ ਹੋ ਗਿਆ ਇਸ ਗੱਲ ਨੂੰ ਕਿ ਸਾਡੀ ਫਸਲ ਹੈ ਜਿਹੜੀ ਮੰਡੀਆਂ 'ਚ ਆਊ, ਉਹ ਚੁੱਕੀ ਜਾਏਗੀ ਜਾਂ ਨਹੀਂ ਜਾਏਗੀ। ਤਾਂ ਦੇਖੋ, ਕਿਸਾਨ ਦੀ ਜਿਹੜੀ ਖੇਤ ਜਿੰਦਜਾਨ ਨੇ, ਉਹਦੀ ਜਿੰਸ ਜਿੰਦਜਾਨ, ਉਹ 'ਤੇ ਉਸ ਦਾ ਗੁਜ਼ਾਰਾ ਚੱਲਦਾ ਹੈਗਾ। ਤਾਂ ਪਿੱਛੇ ਜਿਸ ਤਰ੍ਹਾਂ ਅਸੀਂ ਪੜ੍ਹਿਆ ਵੀ ਹੈਗਾ, ਇੱਕ ਰਿਪੋਰਟ ਵੀ ਆਈ ਹੈ ਕਿ ਸਾਡੀਆਂ ਜਿਹੜੀਆਂ ਸੈਨਾਵਾਂ ਨੇ, ਭਾਰਤੀ ਫੌਜ ਹੈ, ਉਹਦੇ ਵਿੱਚ ਇੰਡੀਆ ਦੇ ਵਿੱਚੋਂ ਭਾਰਤ ਹੈ ਜਿਹੜਾ ਦੂਜੇ ਨੰਬਰ 'ਤੇ, ਜਿੱਥੋਂ ਸਭ ਤੋਂ ਵੱਧ ਸੈਨਿਕ 90,000 ਦੇ ਕਰੀਬ ਸਾਡੇ ਜਵਾਨ ਹੈ ਉਹ ਫੌਜ ਦੇ ਵਿੱਚ ਹੈਗੇ ਨੇ। ਉਹ ਕਿਹਨਾਂ ਦੇ ਬੱਚੇ ਨੇ? ਉਹ ਮਜ਼ਦੂਰਾਂ ਦੇ ਬੱਚੇ ਨੇ, ਉਹ ਕਿਸਾਨਾਂ ਦੇ ਬੱਚੇ ਨੇ। ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਿਸਾਨ ਦਾ ਵੀ ਤੇ ਜਵਾਨ ਦਾ ਵੀ ਫਿਕਰ ਕਰਨਾ ਚਾਹੀਦਾ ਹੈ ਉਹਨਾਂ ਦਾ, ਕਿਉਂਕਿ ਜੇ ਕਿਸਾਨ ਸੜਕ ਤੇ ਹੋਏਗਾ ਫਸਲ ਵੇਚਣ ਲਈ, ਉਹ ਕੀ ਕਰੇਗਾ? ਕੋਈ ਨਾ ਕੋਈ ਸਟੈਪ ਤਾਂ ਚੁੱਕੇਗਾ। ਜਿਸ ਤਰ੍ਹਾਂ ਆੜ੍ਹਤੀਆਂ ਨੇ ਹੁਣ ਅਨਾਊਂਸ ਕਰ ਦਿੱਤਾ ਹੈਗਾ, ਰਵਿੰਦਰ ਚੀਮਾ ਹੋਰੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹੈ, ਉਹ ਕਹਿੰਦੇ ਨੇ ਕਿ ਜੀ ਅਸੀਂ 10 ਮਾਰਚ ਤੋਂ ਜਿਹੜੇ ਕਾਰੋਬਾਰ ਬੰਦ ਕੀਤਾ ਹੋਇਆ ਮੰਡੀਆਂ ਦਾ, ਅਗਰ ਸੈਂਟਰ ਗਵਰਨਮੈਂਟ ਨੇ ਨਵੇਂ ਸਾਨੂੰ ਆਊਟ ਕੀਤਾ, ਉਹਨੇ 28,500 ਗਿਣਤੀ ਬੰਦੀ ਹੈਗੀ ਹੈ, ਅਗਰ ਸਾਨੂੰ ਇਸ ਪ੍ਰਬੰਧ ਦੇ ਵਿੱਚੋਂ ਆਊਟ ਕੀਤਾ ਤਾਂ ਅਸੀਂ ਜਿੰਸ ਜਦੋਂ ਕਿਸਾਨ ਲੈ ਕੇ ਆਉਣਗੇ ਟਰਾਲੀਆਂ 'ਚ ਪਾ ਕੇ, ਉਹਨਾਂ ਟਰਾਲੀਆਂ ਨੂੰ ਅਸੀਂ ਰੇਲਵੇ ਮਾਰਗਾਂ 'ਤੇ ਲੈ ਕੇ ਜਾਵਾਂਗੇ, ਅਸੀਂ ਜਿਹੜੇ ਨੈਸ਼ਨਲ ਹਾਈਵੇ ਉਹਨਾਂ 'ਤੇ ਲੈ ਕੇ ਜਾਵਾਂਗੇ। ਤਾਂ ਜਿਹੜੀ ਗੱਲ ਤੁਸੀਂ ਕਹਿੰਦੇ ਕਿ ਦਿੱਕਤਾਂ, ਇਸ ਕਿਸਮ ਦੀਆਂ ਦਿੱਕਤਾਂ ਤਾਂ ਸਾਡੇ ਸਾਹਮਣੇ ਹੈਗੀਆਂ ਨੇ ਤੇ ਕਿਸਾਨ ਵੀ ਟਿਕ ਕੇ ਨਹੀਂ ਬੈਠਣਗੇ। ਤੇ ਇਹਦੇ ਨਾਲ ਜਿਹੜੇ ਸਾਡੇ ਹਾਲਾਤ, ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਆਖਦੇ ਨੇ ਪਿਛਲੇ ਟਾਈਮ ਤੋਂ, ਜਦੋਂ ਖੇਤੀ ਕਾਨੂੰਨ ਵਾਲੀ ਇਸ਼ੂ ਚੱਲਿਆ, ਕਿ ਸਾਨੂੰ ਸਾਡੇ ਗੁਆਂਢੀ ਮੁਲਕਾਂ ਨੂੰ ਇਸ ਕਿਸਮ ਦਾ ਕੋਈ ਮੌਕਾ ਨਹੀਂ ਦੇਣਾ ਚਾਹੀਦਾ ਕਿ ਉਹ ਸਾਡੇ ਹਾਲਾਤਾਂ ਦਾ ਕੋਈ ਫਾਇਦਾ ਉਠਾ ਸਕੇ। ਸੋ ਲੋੜ ਇਸ ਗੱਲ ਦੀ ਹੈ ਕਿ ਸੈਂਟਰ ਗਵਰਨਮੈਂਟ ਔਰ ਪੰਜਾਬ ਸਰਕਾਰ ਫਿਲਹਾਲ ਇਸ ਗੱਲ ਨੂੰ ਇੱਕ ਵਾਰੀ ਢਾਲਣਾ ਚਾਹੀਦਾ, ਤਾਂ ਕਿ ਕੋਈ ਨਵਾਂ, ਕੋਈ ਇਸ ਕਿਸਮ ਦੀ ਕੋਈ ਅੜਚਨ, ਕੋਈ ਵੱਡੀ ਪੰਗੇਬਾਜ਼ੀ ਸਾਡੇ ਸਾਹਮਣੇ ਨਾ ਖੜੀ ਹੋਵੇ, ਜਿਹੜੀ ਸਟੇਟ ਲਈ ਖਤਰਾ ਬਣੇ, ਸਾਡੇ ਮੁਲਕ ਲਈ ਖਤਰਾ ਬਣੇ। ਕਿਸੇ ਨੂੰ ਕੋਈ ਮੌਕਾ ਮਿਲੇ ਤਾਂ ਸਾਡੇ ਹੁਕਮਰਾਨਾਂ ਨੂੰ ਮਿਲ ਕੇ ਬੈਠ ਕੇ ਇੱਕ ਵਾਰੀ ਇਹਨੂੰ ਸਸਪੈਂਡ ਕਰਨਾ ਚਾਹੀਦਾ ਇੱਕ ਸੀਜ਼ਨ ਲਈ। ਉਸ ਤੋਂ ਬਾਅਦ ਇਸ ਦਾ ਕੋਈ ਪੱਕਾ ਜਾਂ ਢੁਕਵਾਂ ਹੱਲ ਕੱਢਣਾ ਚਾਹੀਦਾ। ਅਸੀਂ ਜਿਵੇਂ ਆਤਿਸ਼ ਕਹਿੰਦੇ ਹਾਂ ਕਿ ਨੋਰਮਲੀ ਇਹ ਕਿਹਾ ਜਾਂਦਾ ਕਿ ਜਿਨ੍ਹਾਂ ਲੋਕਾਂ ਨੂੰ ਇਹ ਪਤਾ ਹੈ ਕਿ ਦੇਸ਼ ਕਿਵੇਂ ਚਲਾਉਣਾ ਹੈ, ਉਹ ਵਿਚਾਰੇ ਅੱਜ ਟੈਕਸੀਆਂ ਚਲਾਈ ਜਾਂਦੇ ਨੇ। ਤਾਂ ਸਾਡੇ ਹੁਕਮਰਾਨ ਹੈ ਜਿਹੜੇ, ਉਹ ਇਸ ਕਿਸਮ ਦੇ ਹੋਣੇ ਚਾਹੀਦੇ ਹੈ ਕਿ ਜਿਨ੍ਹਾਂ ਨੂੰ ਲੋਕਾਂ ਦਾ ਦਰਦ, ਆਪਣਾ ਦਰਦ ਮਹਿਸੂਸ ਕਰਦੇ ਹੋਣ। ਆਪਾਂ ਅਖੀਰ 'ਚ ਇੱਕੋ ਗੱਲ ਕਰਾਂਗੇ ਕਿ ਇੱਕ ਵਾਰੀ ਕੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਹਾਥੀ 'ਤੇ ਬੈਠ ਕੇ ਬਾਜ਼ਾਰਾਂ ਵਿੱਚ ਦੀ ਲੰਘ ਰਹੇ ਸੀ, ਤਾਂ ਅੱਗੇ ਦੇਹਲੀ ਦੇ ਉੱਪਰ ਜਿਹੜਾ ਹੈਗਾ ਕਿਸੇ ਦੇਹਲੀ 'ਤੇ ਅਕਾਲੀ ਫੂਲਾ ਸਿੰਘ ਖੜੇ ਸੀ। ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਦੇ ਵਿੱਚ ਵੱਜ ਸੀ, ਤਾਂ ਉਹਨੇ ਕਿਹਾ, ਇੱਕ ਅੱਖੀਏ, ਰੋਬ ਨਾਲ ਕਿਹਾ ਅਕਾਲੀ ਫੂਲਾ ਸਿੰਘ ਨੇ, ਕਹਿੰਦਾ ਇਹ ਜਾਨਵਰ ਕਿੱਥੋਂ ਲਿਆਂਦਾ ਹੈ? ਤਾਂ ਮਹਾਰਾਜਾ ਰਣਜੀਤ ਸਿੰਘ ਨੇ ਹਾਥੀ 'ਤੇ ਬੈਠੇ ਨੇ ਆਪਣਾ ਸਿਰ ਝੁਕਾਇਆ, ਆਪਣੇ ਦੋਨੇ ਹੱਥ ਜੋੜੇ, ਉਹਨੇ ਕਿਹਾ ਕਿ ਬਾਦਸ਼ਾਹੋ, ਇਹ ਤੁਹਾਡੀ ਬਖਸ਼ਿਸ਼ ਹੈ। ਇਸ ਕਿਸਮ ਦੇ ਹੁਕਮਰਾਨਾਂ ਦੀ ਲੋੜ ਹੈ। ਸੋ ਸਾਡੇ ਮੌਜੂਦਾ ਹੁਕਮਰਾਨ ਵੀ ਇੱਦਾਂ ਦੇ ਹੋਣੇ ਚਾਹੀਦੇ ਜਿਹੜੇ ਕਿਸਾਨਾਂ ਅੱਗੇ ਸਿਰ ਝੁਕਾਉਣ ਤੇ ਇਸ ਕਿਸਮ ਦੇ ਫੈਸਲੇ ਲੈਣ ਤੋਂ ਗੁਰੇਜ਼ ਕਰਨ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।